अस्सलाम वालेकुम। मैं अज कासम अली। अज ने साडे नाल डॉक्टर नसीर अहमद कालू साहब। ये गए सन अल्लाह दे घर। इन्हां नाल बड़ियां प्यारियां भरियां गल्लां होईयां ते मजीद इन्हां दा थोड़ा जिहा सफर रह गया, ओहदे ते करने आ गलबात। अस्सलाम वालेकुम डॉक्टर साहब। वालेकुम सलाम व रहमतुल्लाहि व बरकातुहू। डॉक्टर साहब तुसी अल मजमा शहर च पहुंचे सऊदी अरब दे। उत्थे तुहाडी गड्डी खराब हो गई, तुसी ठीक करवाई। उस तो बाद तुहाडा सफर किवें दा रहा, किथे किथे गए? औज़ु बिल्लाहि मिनश शैतानिर रजीम, बिस्मिल्लाहिर रहमानिर रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतु लिल मुत्तक़ीन, अस्सलातु वस्सलामु अला रसूलिल करीम। दोस्तों अस्सलाम वालेकुम। मैं जिस वेले गड्डी साडी ठीक हो गई, फिर असीं चल पे हां और जिहड़ा सफर है ना सारा बड़ा टेढ़ा मेढ़ा जिहा सफर सी। एक जिस ऊंचाई निचाई वाला सफर सी, इस तरह गड्डी मतलब ऊपर थल्ले इस तरह मूव करदी आ रही सी। चढ़ाई ते उतराई आउंदी सी बार बार और बहुत ज्यादा सी। लेकिन इलाका सारा वीरान और उत्थे बड़े अजीबो गरीब रंग दियां पहाड़ियां, अजीबो गरीब रंग दे रेत, किते पीले रंग दी रेत सी, किते माल्टे रंग दी रेत सी, किते सफेद रंग दी सी, किते काले रंग दी सी। लेकिन सारे रेतला इलाका सी, मतलब सारा रेगिस्तान ही सी। और किते सानू दरख्तां दे इस इलाके च मुजमाता तो बाहर निकले ना, उस इलाके सानू खजूरां दे बाग नजर आउंदे सी साडा ते सड़क दे नाल। लेकिन जिस वे इस तो अगे आ जाओ ना अपने रियाज तो बाद ते बिल्कुल कोई है ही नहीं गा, कोई बाग नहीं। ईवन सानू उत्थे कोई पेट्रोल पंप ही नहीं मिलता। बड़े फासले तो समझ लो कि 6, 7, 8, 900 किलोमीटर है उतो लाके खबर तक, लेकिन उस कोई सानू नहीं मिलता ईवन खाने पीने या सब्जा या कोई ऐसा मतलब ना पेट्रोल पंप। अच्छा एक रास्ते च वाकया छोटा जिहा होया। ਉਹ ਯਾਰ ਜਿਸ ਵੇਲੇ ਅਸੀਂ ਇੱਕ ਜਗ੍ਹਾ ਤੇ ਆਏ, ਇੱਕ ਸਾਈਡ ਤੇ ਬਾਗ ਸੀ ਖਜੂਰਾਂ ਦੇ, ਨਖਲਸਤਾਨ ਜਿਹਨੂੰ ਕਹਿੰਦੇ ਆ। ਉਹਦੇ ਬਿਲਕੁਲ ਸੜਕ ਤੇ ਮੈਂ ਦੋਸਤਾਂ ਤੇ ਮੈਂ ਗੱਡੀ ਇੱਥੇ ਰੋਕੋ ਤੇ ਊਠਣੀਆਂ ਚੱਲਣ ਡਈਆਂ ਸੀ। ਬੱਦੂ ਊਠਣੀ ਚੜਾਉਣ ਡਿਆ ਸੀ ਉਹ ਰੇਗਿਸਤਾਨ ਦੇ ਐਸੇ ਟਿੱਲੇ ਸੀ, ਟਿੱਬੇ ਜੇ ਸੀ, ਉਹਦੇ ਵਿੱਚ ਚੜਾ ਰਿਹਾ ਸੀ। ਮੈਂ ਕਿਹਾ ਯਾਰ ਕੁਝ ਸਾਨੂੰ ਊਠਣੀਆਂ ਦੁੱਧ ਪਿਆ। ਉਹ ਦੁਪਹਿਰ ਦਾ ਟਾਈਮ ਸੀਗਾ। ਉਹ ਹੁਣ ਮੈਨੂੰ ਤੇ ਅਰਬੀ ਆਉਂਦੀ ਨਹੀਂ ਸੀ, ਉਹਨੂੰ ਵਿਚਾਰ ਨੂੰ ਅੰਗਰੇਜ਼ੀ ਉਰਦੂ ਨਹੀਂ ਸੀ ਆਉਂਦਾ। ਉਹ ਮੇਰੇ ਸਾਥੀ ਤਿੰਨੇ ਜਿਹੜੇ ਉਹ ਅਰਬੀ ਜਾਣਦੇ ਸੀ ਬੋਲਦੇ, ਕਿਉਂਕਿ ਉਹ ਅਰਬੀ ਉਧਰ ਚਾਰ ਉਹਨਾਂ ਦੀ ਬੋਲਚਾਲ ਹੈ ਸੀ। ਉਹਨਾਂ ਨੂੰ ਪੁੱਛਿਆ, ਉਹਨੇ ਕਿਹਾ ਯਾਰ ਸਾਨੂੰ ਦੁੱਧ ਊਠਣਾ ਮਿਲ ਸਕਦਾ? ਉਹਨੇ ਕਹਿੰਦੀ ਇਸ ਵੇਲੇ ਕੋਈ ਊਠਣੀ ਦੁੱਧ ਨਹੀਂ ਦਿੰਦੀ, ਇਹ ਹੁਣ ਸ਼ਾਮ ਨੂੰ ਦੇਣਗੇ ਜਾਂ ਸਵੇਰੇ ਚੋਲੇ ਜਾਣਾ ਦੁੱਧ। ਉਸ ਤੋਂ ਬਾਅਦ ਅਸੀਂ ਉੱਥੇ ਥੋੜੀ ਜਿਹੀ ਆਪਣੇ ਬਣਾਈ ਇੱਕ ਮੂਵੀ ਵੀ ਛੋਟੀ ਜਿਹੀ ਤਿਆਰ ਕੀਤੀ। ਉਹ ਅਗਰ ਦੇਖਣਾ ਚਾਹੋਗੇ ਦੋਸਤ ਮੈਂ ਦਿਖਾ ਵੀ ਦਿਆਂਗਾ। ਮਤਲਬ ਉਹ ਰੇਗਿਸਤਾਨੀ ਹੀ ਇਲਾਕਾ ਤੇ ਧੌੜ ਤੱਕ ਰੇਗਿਸਤਾਨ ਹੀ ਹੈ। ਉਸ ਤੋਂ ਬਾਅਦ ਚਲਦੇ ਚਲਦੇ ਉੱਥੇ 300, 400, 500 ਕਿਲੋਮੀਟਰ ਚੱਲੇ ਤੇ ਫਿਰ ਆ ਗਿਆ ਜਨਾਬ ਅੱਗੇ ਰਿਆਜ਼ ਕਿਉਂਕਿ ਦਾਰੁਲ-ਖੁਲਾਫਾ ਬਹੁਤ ਮਸਰੂਫ ਸ਼ਹਿਰ ਆ ਤੇ ਬੜਾ ਹੀ ਰਸ਼ ਸੀਗਾ ਉੱਥੇ, ਬੜਾ ਸਾਨੂੰ ਖੱਜਲ ਖਰਾਬ ਹੋਏ ਉਹਦੇ ਵਿੱਚੋਂ ਦੀ ਕ੍ਰਾਸ ਕਰਨਾ। ਪਹਿਲੇ ਸਾਡਾ ਜ਼ਿਹਨ ਸੀ ਕਿ ਇਹਨੂੰ ਬਾਈਪਾਸ ਕਰਕੇ ਬਾਹਰ ਨਿਕਲ ਜਾਈਏ, ਲੇਕਿਨ ਉਹ ਸਾਡੇ ਕੋਲ ਰਸਤਾ ਪਤਾ ਨਹੀਂ ਸੀਗਾ, ਇਸ ਵਾਸਤੇ ਉਹ ਬਾਈਪਾਸ ਸਾਡੇ ਕੋਲ ਮਿਸ ਹੋ ਗਿਆ। ਸ਼ਹਿਰ ਦੇ ਰੁਦੀ ਆਏ ਆ, ਬੜਾ ਟਾਈਮ ਲੱਗਿਆ ਨਿਕਲਦਿਆਂ। ਉੱਥੋਂ ਨਿਕਲ ਕੇ ਖੈਰ ਅਸੀਂ ਆਹਿਸਤਾ ਚੱਲਦੇ ਆਪਣੀ ਸਪੀਡ ਨਾਲ ਫਿਰ ਖੁਬਰ ਪਹੁੰਚੇ ਆ। ਖੁਬਰ ਤੋਂ ਆ ਕੇ ਤੇ ਨਾਲ ਹੀ ਅੱਗੇ ਸਮੁੰਦਰ ਦਾ ਰਸਤਾ ਪੁਲ ਸ਼ੁਰੂ ਹੋ ਜਾਂਦੇ ਨੇ। ਉੱਥੋਂ ਆਣ ਕੇ ਆਪਣਾ ਐਗਜ਼ਿਟ ਕੀਤਾ ਅਸੀਂ ਸਾਊਦੀ ਅਰਬ ਵਾਲਿਆਂ ਕੋ, ਅੱਗੇ ਐਂਟਰੀ ਕੀਤੀ ਆ ਬਹਿਰੇਨ ਵਾਲਿਆਂ ਕੋ ਤੇ ਜਨਾਬ ਬਹਿਰੇਨ ਚ ਦਾਖਲ ਹੋ ਗਏ। ਔਰ ਘਰ ਤਕਰੀਬਨ ਅਸੀਂ ਰਾਤ ਦੇ ਕੋਈ ਮੇਰਾ ਖਿਆਲ ਹੈ 1 ਵਜੇ ਕੇ 2 ਵਜੇ ਘਰ ਪਹੁੰਚੇ ਆ। ਘਰ ਪਹੁੰਚ ਕੇ ਜਾ ਕੇ ਥਕਾਵਟ ਇੰਨੀ ਸੀ ਕਿ ਦੁੱਧ ਚ ਹਲਦੀ ਪਾ ਕੇ ਪੀਤੀ। ਇਹ ਸਨ ਜੀ ਸਾਡੇ ਨਾਲ ਡਾਕਟਰ ਨਸੀਰ ਸਾਹਿਬ। ਇਹਨਾਂ ਦਾ ਸਫਰ ਅਵਾਲੋ ਅਹਿਵਾਲ। ਸਾਨੂੰ ਦੋ ਇਜਾਜ਼ਤ ਕੱਲ ਵਾਸਤੇ। ਅੱਲਾਹ ਹਾਫਿਜ਼।